ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਵਾਂ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਸੰਗਰੂਰ ਜਿਮਨੀ ਚੋਣ ਦੀ ਅਪਡੇਟ ਦੀ। ਆਖਰ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈਗੀ, ਕਿਸ ਤਰ੍ਹਾਂ ਦੇ ਰੁਝਾਨ ਨੇ 3 ਵਜੇ ਤੱਕ ਦੇ, ਕਿੰਨੀ VOTING ਹੋਈ, ਕੀ ਅੰਕੜੇ ਕਹਿੰਦੇ ਨੇ ਤੇ ਲੋਕਾਂ ਦੀ ਦਿਲਚਸਪੀ ਕਿੰਨੀ ਕੁ ਰਹੀ ਹੈ ਜਿਮਨੀ ਚੋਣ ਦੇ ਵਿੱਚ, ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ उस अपील की गल भी करांगे जिहड़ी भगवंत मान दे वल्लों अज कीती गई है, की आ वो अपील उस बारे भी गलबात की जाएगी। नाल ही नाल गलबात करांगे उस चिट्ठी की जिहड़ी चिट्ठी सिमरनजीत सिंह मान दे वल्लों चोण कमिशन नूं लिखी गई है, जिस दे विच उन्हां दे वल्लों श्रोमणी अकाली दे उपर वड्डे इल्जाम लगाए गए ने। आखिर चिट्ठी दे विच की कुछ लिखिआ है उस बारे गलबात करांगे। गलबात करांगे जंगलात विभाग दे विच होए भ्रिष्टाचार की, जिस दे विच की धर्म सोध तो बाद हुण कुछ अधिकारी अते नाल ही नाल इसदा सेक मीडिया तक भी पुजन लग्या है। आखिर पूरी कहानी की है उस बारे भी गलबात की जाएगी। तो गलबात करने लिए मैं नाल जुड़े हुए मेरे सीनियर सहयोगी सरदार सुखविंदर सिंह सिद्धू साहब। सब तो पहला स्वागत करते हैं सिद्धू साहब, स्वागत है जी प्रोग्राम दे विच। स्वागत, धन्यवाद जी, धन्यवाद। मैं भी तुहाडा स्वागत ही करने लग्या सी लखविंदर जी, करना तुहाडा धन्यवाद जी। जी सिद्धू साहब, ਆਪਾਂ ਗੱਲ ਜਿਮਨੀ ਚੋਣ ਤੋਂ ਹੀ ਸ਼ੁਰੂ ਕਰ ਲਈਏ ਕਿਉਂਕਿ ਅੱਜ ਮਾਹੌਲ ਜੇਕਰ ਕਹੀਏ ਜਿਮਨੀ ਚੋਣ ਸੰਗਰੂਰ ਦਾ ਸਵੇਰ ਤੋਂ ਹੀ ਲੋਕਾਂ ਦੇ ਵਿੱਚ ਉਤਸ਼ਾਹ ਕਿਤੇ ਦਿਖਿਆ ਕਿਤੇ ਨਹੀਂ ਦਿਖਿਆ। ਜੇਕਰ ਆਪਾਂ ਹੁਣ ਦੀ ਅਪਡੇਟ ਦੀ ਗੱਲ ਕਰੀਏ ਤਾਂ 3 ਵਜੇ ਤੱਕ ਦੇ ਕਿਸ ਤਰ੍ਹਾਂ ਦੇ ਰੁਝਾਨ ਨੇ, ਕੀ ਅੰਕੜੇ ਕੀ ਕਹਿ ਰਹੇ ਨੇ, ਕਿੰਨੀ VOTING ਹੋਈ ਆ, ਲੋਕਾਂ ਦੀ ਦਿਲਚਸਪੀ ਕਿੰਨੀ ਕੁ ਹੈ ਜਾਂ ਫਿਰ ਲੋਕ VOTING ਤੋਂ ਪਿੱਛੇ ਹਟਦੇ ਨਜ਼ਰ ਆਏ ਨੇ? ਰੁਝਾਨ ਕੀ ਕਹਿ ਰਹੇ ਨੇ, ਅੰਕੜੇ ਕੀ ਕਹਿ ਰਹੇ ਨੇ? ਦੇਖੋ ਅੰਕੜੇ ਤਾਂ ਜਿਹੜੇ ਆ ਉਹ ਲਿਸਟ ਜਿਹੜੀ ਆਪਣੇ ਕੋਲੇ ਪ੍ਰੋਪਰ ਜਿਹੜੀ ਹੈਗੀ ਆ, ਜਿਹੜੀ ਚੋਣ ਕਮਿਸ਼ਨ ਦੇ ਵੱਲੋਂ ਆਫੀਸ਼ੀਅਲੀ ਜਿਹੜੀ ਜਾਰੀ ਕੀਤੀ ਗਈ ਆ, ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਉਹ ਲਿਸਟ ਉਹ ਜ਼ਰੂਰ ਦਿਖਾ ਦਿੱਤੀ ਜਾਵੇ। ਇਹ 3 ਵਜੇ ਤੱਕ ਦੀ ਲਖਵਿੰਦਰ ਦੀ ਜਿਹੜੀ ਵੋਟ ਪ੍ਰਤੀਸ਼ਤ ਹੈਗੀ ਆ, ਇਹਦੇ ਵਿੱਚ ਜਿੰਨੇ 9 ਵਿਧਾਨ ਸਭਾ ਹਲਕੇ ਪੈਂਦੇ ਨੇ, ਚਾਹੇ ਉਹ ਲਹਿਰਾ ਹੋਵੇ, ਲਹਿਰਾ ਦੇ ਵਿੱਚ 28% VOTING ਹੋਈ ਹੈ, ਦਿੜਬਾ ਦੇ ਵਿੱਚ 29.56% VOTING ਹੋਈ ਹੈ, ਸੁਨਾਮ ਦੇ ਵਿੱਚ 30.40% VOTING ਹੋਈ ਹੈ, ਭਦੌੜ ਦੇ ਵਿੱਚ 27.78% VOTING ਹੋਈ ਹੈ, ਬਰਨਾਲਾ 'ਚ 27.23%, ਮਹਿਲ ਕਲਾਂ 'ਚ 28%, ਮਲੇਰਕੋਟਲਾ 'ਚ 33.86%, ਜਿਹੜੀ ਸਭ ਤੋਂ ਜ਼ਿਆਦਾ ਹੁਣ ਤੱਕ, ਧੂਰੀ 'ਚ 29%, ਸੰਗਰੂਰ 'ਚ 28%। ਸੰਗਰੂਰ ਦੀ ਔਸਤਨ ਪ੍ਰਤੀਸ਼ਤ ਜਿਹੜੀ ਹੈ ਉਹ 29.7, ਯਾਨੀ ਕਿ 9 ਦੇ 9 ਵਿਧਾਨ ਸਭਾ ਹਲਕੇ ਮਿਲਾ ਕੇ ਪੂਰਨ ਜਿਹੜੀ ਸੰਗਰੂਰ ਲੋਕ ਸਭਾ ਸੀਟ ਤੇ ਜਿਹੜੀ ਆ ਉਹ VOTING ਹੋ ਰਹੀ ਹੈ, ਉਹਦੇ ਵਿੱਚ 29.7% ਜਿਹੜੀ ਹੈ ਇਹ VOTING ਹੋਈ ਹੈ। ਹੁਣ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਲਖਵਿੰਦਰ ਜੀ, ਉਸ ਟਾਈਮ ਇਹ ਜਿਹੜਾ 4:30 ਵਜੇ ਤੋਂ ਉੱਪਰ ਦਾ ਜਿਹੜਾ ਟਾਈਮ ਹੋ ਚੁੱਕਿਆ ਹੈ। ਘੰਟੇ ਬਾਅਦ ਜਿਹੜੀ ਇਹ ਜਾਰੀ ਕਰਦੀ ਹੈ ਚੋਣ ਕਮਿਸ਼ਨ ਜਿਹੜੀ ਇਹ ਲਿਸਟ, ਤੋਂ ਜਦੋਂ ਤੱਕ ਆਪਣੇ ਪ੍ਰੋਗਰਾਮ ਪੈਣਾ ਤਕਰੀਬਨ 5:15 ਜਿਹੜੇ ਹੋ ਚੁੱਕੇ ਹੋਣੇ ਆ। ਔਰ ਇਸ ਪ੍ਰੋਗਰਾਮ ਦੇ ਪੈਂਦਿਆਂ ਕਿੰਨੀ ਵੋਟ ਪ੍ਰਤੀਸ਼ਤ ਹੋ ਜੂਗੀ ਉਹ ਤਾਂ ਹੁਣ ਬਾਅਦ 'ਚ ਹੀ ਪਤਾ ਲੱਗੂਗੀ, ਪਰ ਵੋਟ ਪਰਸੈਂਟ ਮੈਨੂੰ ਲੱਗਦਾ ਲਖਵਿੰਦਰ ਜੀ ਬਹੁਤ ਹੀ ਜ਼ਿਆਦਾ ਘੱਟ ਹੋਇਆ, ਬਹੁਤ ਹੀ ਜ਼ਿਆਦਾ ਘੱਟ, ਕਿਉਂਕਿ 3 ਘੰਟੇ ਜਿਹੜੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਜੇ ਗੱਲ ਕਰੀਏ ਤਾਂ 3 ਘੰਟੇ ਰਹਿੰਦੇ ਸੀ, ਤਾਂ ਹੁਣ ਜਿਹੜਾ ਆਪਣਾ ਪ੍ਰੋਗਰਾਮ ਚੱਲ ਰਿਹਾ ਤਾਂ 1.5 ਘੰਟੇ ਤੋਂ ਵੀ ਘੱਟ ਦਾ ਸਮਾਂ ਜਿਹੜਾ ਰਹਿ ਚੁੱਕਿਆ, ਕਿਉਂਕਿ 4:30 ਤੋਂ ਉੱਪਰ ਦਾ ਜਿਹੜਾ ਸਮਾਂ ਆਪਣੇ ਪ੍ਰੋਗਰਾਮ ਦੇ ਵਿੱਚ ਹੁਣ ਹੋ ਚੁੱਕਿਆ। ਤੇ 1.5 ਘੰਟੇ ਦੇ ਵਿੱਚ ਕਿੰਨੀ ਕੁ VOTING ਜਿਹੜੀ ਹੋ ਜੂਗੀ ਉਹ ਜਿਹੜੀ ਆ ਉਹ ਗੱਲ ਦੇਖਣ ਵਾਲੀ ਹੋਊਗੀ। ਪਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ CM ਨੇ, ਉਹਨਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਅਪੀਲ ਕੀਤੀ ਗਈ ਹੈ, ਯਾਨੀ ਕਿ ਇਹ ਵੋਟ ਪ੍ਰਤੀਸ਼ਤ ਨੂੰ ਦੇਖਦਿਆਂ ਭਗਵੰਤ ਮਾਨ ਦੇ ਵੱਲੋਂ ਐਕਸ਼ਨ 'ਚ ਆਉਂਦਿਆਂ ਇੱਕ ਚਿੱਠੀ ਜਿਹੜੀ ਆ ਚੋਣ ਕਮਿਸ਼ਨ ਨੂੰ ਲਿਖੀ ਗਈ ਆ। ਉਹ ਚਿੱਠੀ ਉਹ ਕੀਤੀ ਗਈ ਆ, ਉਹ ਕੀ ਕਹਿੰਦੇ ਨੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਕਹਿ ਰਹੇ ਨੇ ਕਿ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਆ ਕਿ ਸਮਾਂ ਝੋਨੇ ਦੇ ਸੀਜ਼ਨ ਦਾ ਹੈ, ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ਤੇ ਗਏ ਹੋਏ ਨੇ, ਕਿਰਪਾ ਕਰਕੇ ਵੋਟ ਪਾਉਣ ਦਾ ਸਮਾਂ 6 ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ, ਤਾਂ ਕਿ ਉਹ ਵੀ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸੰਵਿਧਾਨ ਅਨੁਸਾਰ ਆਪਣੇ ਵੋਟ ਦਾ ਅਧਿਕਾਰ ਸਮੇਂ ਸਿਰ ਜਿਹੜਾ ਉਹ ਕਰ ਸਕਣ। ਤਾਂ ਇਹ ਜਿਹੜੀ ਗੱਲ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਕਹੀ ਗਈ ਹੈ, ਕਿਉਂਕਿ ਬਹੁਤੇ ਲੋਕ ਲਖਵਿੰਦਰ ਜੀ ਇਸ ਜਿਹੜਾ ਸੰਗਰੂਰ ਲੋਕ ਸਭਾ ਹਲਕਾ, ਇਹਦੇ ਸਾਰੇ ਦੇ ਸਾਰੇ ਜਿਹੜੇ ਖੇਤਰ ਨੇ ਤਕਰੀਬਨ ਪੂਰੇ ਦੇ ਪੂਰੇ ਹੀ, ਚਾਹੇ ਉਹ 9 ਵਿਧਾਨ ਸਭਾ ਹਲਕੇ ਹੋਣ ਤੇ ਚਾਹੇ ਅੱਗੋਂ ਹਲਕਿਆਂ ਦੇ ਜਿਹੜੇ ਉਹ ਪਿੰਡ ਹੋਣ, ਜ਼ਿਆਦਾਤਰ ਇਹ ਪੇਂਡੂ ਇਲਾਕਾ ਹੈਗਾ। ਔਰ ਇਸ ਸਮੇਂ ਝੋਨੇ ਦਾ ਸੀਜ਼ਨ ਵੀ ਜਿਹੜਾ ਜ਼ੋਰਾਂ ਤੇ ਹੈਗਾ। ਔਰ ਦੂਜੇ ਪਾਸੇ ਕੁਝ ਜਿਹੜੇ ਕੋਈ ਵਪਾਰੀ ਵਰਗ ਜਿਹੜਾ ਹੁੰਦਾ ਉਹ ਵੀ ਆਪਣੇ ਕੰਮਾਂ ਕਾਜਾਂ ਤੇ ਗਿਆ ਹੁੰਦਾ, ਕਿਉਂਕਿ ਅੱਗੇ ਜਦੋਂ VOTING ਡੇ ਹੁੰਦਾ ਉਹ ਲਗਭਗ ਅੱਗੇ ਤਕਰੀਬਨ ਐਤਵਾਰ ਦਾ ਹੀ ਹੁੰਦਾ।
ਪਰ ਅੱਜ ਜਿਹੜਾ ਦਿਨ ਇਹ ਵਰਕਿੰਗ ਡੇਜ਼ ਦੇ ਵਿੱਚ ਆ ਗਿਆ, ਅੱਜ ਵੀਰਵਾਰ ਦਾ ਦਿਨ ਹੈ, ਵਰਕਿੰਗ ਡੇਜ਼ ਦੇ ਵਿੱਚ ਇਹ ਦਿਨ ਜਿਹੜਾ ਉਹ ਆ ਗਿਆ। ਇਸ ਲਈ ਜਿਹੜਾ ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ ਕਿ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਜਿਹੜੀ ਹੈ ਇਹ ਅਪੀਲ ਕਰਨੀ ਪਈ, ਭਗਵੰਤ ਸਿੰਘ ਮਾਨ ਨੂੰ ਇਹ ਅਪੀਲ ਕਰਨੀ ਪਈ ਕਿ ਚੋਣ ਕਮਿਸ਼ਨ 6 ਵਜੇ ਤੋਂ ਵਧਾ ਕੇ ਸਵਾਲ ਸਰ ਹਾਂ ਸਿੱਧੂ ਸਾਹਿਬ ਸਵਾਲ ਇੱਥੇ ਇਹ ਪੈਦਾ ਹੁੰਦਾ ਵੀ ਭਗਵੰਤ ਸਿੰਘ ਮਾਨ ਨੂੰ ਇਹ ਅਪੀਲ ਚਲੋ ਕਰਨੀ ਪਈ ਕਿਉਂਕਿ VOTING ਦਰ ਜਿਵੇਂ ਆਪਾਂ ਅੰਕੜੇ ਤੁਸੀਂ ਦਿਖਾਏ ਨੇਗੇ ਦਰਸ਼ਕਾਂ ਨੇ ਸਾਂਝੇ ਕੀਤੇ ਨੇ ਬਹੁਤ ਘੱਟ ਨੇ ਅੰਕੜੇ ਕਿ ਅਪੀਲ ਮੰਨੀ ਜਾਏਗੀ। ਤੇ ਦੂਸਰਾ ਕਿ ਜੋ ਉਹਨਾਂ ਨੇ ਕਾਰਨ ਦੱਸੇ ਨੇ ਵੀ ਝੋਨੇ ਦਾ ਸੀਜ਼ਨ ਹੈ ਜੀ, ਜਿਵੇਂ ਤੁਸੀਂ ਕਿਹਾ ਵਪਾਰੀ ਵਰਗਾਂ ਦੀ ਉਹ ਗੱਲ ਕਰਦੇ ਨਜ਼ਰ ਆਏ ਨੇਗੇ, ਕਿ ਇਹ ਕਾਰਨ ਸਹੀ ਨੇ ਜਾਂ ਕੋਈ ਕਾਰਨ ਹੋਰ ਵੀ ਹੋ ਸਕਦੇ ਨੇ ਵੀ ਇੰਨੀ ਜ਼ਿਆਦਾ VOTING ਘੱਟ ਕਿਉਂ ਹੈ? ਨਹੀਂ ਦੇਖੋ, ਕਾਰਨ ਗਲਤ ਨਹੀਂ ਆਪਾਂ ਕਹਿ ਸਕਦੇ, ਕਾਰਨ ਇਹ ਮੰਨਿਆ ਜਾ ਸਕਦਾ, ਪਰ ਇਹ ਤੁਸੀਂ ਕਹਿ ਸਕਦੇ ਆ ਕਿ ਇਸ ਤੋਂ ਇਲਾਵਾ ਵੀ ਹੋਰ ਕਾਰਨ ਜਿਹੜੇ ਹੋ ਸਕਦੇ ਆ। ਇੱਕ ਤਾਂ ਲਖਵਿੰਦਰ ਜੀ ਇੱਕ ਆਏ ਹੁੰਦਾ ਕਿ ਨਿਰਣਾਇਕ ਵੋਟਾਂ ਹੁੰਦੀਆਂ ਨੇ, ਜਦੋਂ ਨਿਰਣਾਇਕ ਵੋਟਾਂ ਹੁੰਦੀਆਂ ਬੇਸ਼ੱਕ ਇਹ ਜਿਹੜੀ ਚੋਣ ਹੈ ਇਹ ਪਾਰਟੀਆਂ ਦੀ ਸਾਖ ਦਾ ਸਵਾਲ ਬੇਸ਼ੱਕ ਬਣੀ ਹੋਈ ਹੈ, ਪਰ ਲੋਕ ਇੰਟਰਸਟ ਚਾਹੇ ਉਹ ਬਲਾਕ ਸੰਮਤੀ ਦੀਆਂ ਵੋਟਾਂ ਹੋਣ ਤੇ ਚਾਹੇ ਉਹ ਆਮ ਇਹ ਵੋਟਾਂ ਹੋਣ, ਜਿਹੜੀਆਂ ਆਮ ਲੋਕ ਸਭਾ ਦੀਆਂ ਵੋਟਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਆਮ ਲੋਕਾਂ ਦਾ ਜਿਹੜਾ ਇੰਟਰਸਟ ਕੋਈ ਬਹੁਤਾ ਹੁੰਦਾ ਨਹੀਂ। ਔਰ ਇਸ ਸੀਟ ਦੇ ਉੱਪਰ ਵੀ ਕੋਈ ਆਪਾਂ ਕਹਿ ਦਈਏ ਕਿ ਇਸ ਸੀਟ ਦੇ ਕਿਸੇ ਪਾਰਟੀ ਦੇ ਜਿੱਤਣ ਦੇ ਨਾਲ ਯਾਨੀ ਬਹੁਤਾ ਕੋਈ ਫਰਕ ਪੈਂਦਾ ਦਿਖਾਈ ਦਿੰਦਾ ਹੋਵੇ, ਇਸ ਕਿਸਮ ਦੀ ਵੀ ਕੋਈ ਗੱਲ ਜਿਹੜੀ ਆ ਉਹ ਹੈ ਨਹੀਂ। ਬੇਸ਼ੱਕ ਸਾਖ ਦਾ ਸਵਾਲ ਸਾਰੀਆਂ ਪਾਰਟੀਆਂ ਇਸ ਸੀਟ ਨੂੰ ਬਣਾ ਕੇ ਬੈਠੀਆਂ ਹੋਣ, ਜ਼ਿਆਦਾਤਰ ਵੋਟਾਂ ਦੇ ਵਿੱਚ ਉਤਸ਼ਾਹਿਤ ਉਦੋਂ ਹੁੰਦੇ ਆ ਲੋਕੀ, ਜਾਂ ਤਾਂ ਸਭ ਤੋਂ ਜ਼ਿਆਦਾ ਉਤਸ਼ਾਹਿਤ ਹੁੰਦੇ ਆ ਲਖਵਿੰਦਰ ਜੀ ਜਦੋਂ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਨੇ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤੇ MLA ਦੀਆਂ ਵੋਟਾਂ ਮੌਕੇ ਜਿਹੜੀ ਸਭ ਤੋਂ ਜ਼ਿਆਦਾ ਉਤਸ਼ਾਹਿਤਾ ਦੇਖਣ ਨੂੰ ਮਿਲਦੀ ਹੈ ਵੋਟਰਾਂ ਦੇ ਅੰਦਰ। ਔਰ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ MC ਦੀਆਂ ਥੋੜਾ ਬਹੁਤ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ, ਉਤਸ਼ਾਹ ਦੇਖਣ ਨੂੰ ਜਿਹੜਾ ਮਿਲਦਾ ਹੈ। ਪਰ ਜੇ ਮੈਂ ਗੱਲ ਕਰਾਂ ਬਲਾਕ ਸੰਮਤੀ ਦੀ ਜਾਂ ਜ਼ਿਲ੍ਹਾ ਪੱਧਰ ਦੀਆਂ ਜਿਹੜੀਆਂ ਵੋਟਾਂ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਕੋਈ ਐਡਾ ਉਤਸ਼ਾਹ ਲੋਕਾਂ ਦੇ ਵਿੱਚ ਨਹੀਂ ਹੁੰਦਾ। ਔਰ ਇਹ ਸੀਟ ਜਿਹੜੀ ਹੈ ਇਹ ਤੇ ਵੀ ਕੋਈ ਬਹੁਤਾ ਉਤਸ਼ਾਹ ਨਹੀਂ, ਹਾਲਾਂਕਿ ਕਾਰਨ ਹੋਰ ਵੀ ਬਹੁਤ ਸਾਰੇ ਰਹੇ ਹੋਣੇ ਆ ਤੇ ਹਾਲਾਂਕਿ ਗਰਮੀ ਦਾ ਕਾਰਨ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਗਰਮੀ ਖਾਸ ਐਡੀ ਕੋਈ ਹੈ ਨਹੀਂ। ਇੱਕ ਤਾਂ ਵਰਕਿੰਗ ਡੇਜ਼ ਦੇ ਵਿੱਚ ਵੋਟਾਂ ਆ ਗਈਆਂ, ਇੱਕ ਤਾਂ ਉਹਦੇ ਕਰਕੇ ਵੀ ਥੋੜਾ ਘੱਟ ਹੁੰਦਾ, ਔਰ ਦੂਜਾ ਝੋਨੇ ਦੀ ਬਜਾਈ ਜਿਹੜੀ ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜੀ ਦਿੱਤੀ ਹੈ। ਪਰ ਕੁਝ ਪਾਰਟੀਆਂ ਦੇ ਨਾਰਾਜ਼ਗੀਆਂ ਵੀ ਨੇ ਬਹੁਤ ਸਾਰੀਆਂ, ਚਾਹੇ ਸਰਕਾਰ ਤੋਂ ਹੋਣ ਚਾਹੇ ਵਿਰੋਧੀ ਧਿਰਾਂ ਤੋਂ ਹੋਣ, ਉਹਦੇ ਬਾਰੇ ਡਿਸਕਸ ਜਿਹੜਾ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਕਿਉਂਕਿ ਫਿਲਹਾਲ ਵੋਟ ਦਾ ਜਿਹੜਾ ਦੌਰ ਚੱਲ ਰਿਹਾ। ਪਰ ਇੱਥੇ ਆਪਾਂ ਉਦੋਂ ਕਿਸੇ ਪਾਰਟੀ ਨੂੰ ਭੰਡਦੇ ਜਾਂ ਫਲਾਉਂਦੇ ਚੰਗੇ ਨਹੀਂ ਲੱਗਦੇ ਔਰ ਨਾ ਹੀ ਇਹ ਕਰਨਾ ਚਾਹੀਦਾ। ਔਰ ਜਦੋਂ ਵੋਟਾਂ ਪੈ ਜਾਣਗੀਆਂ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ ਜਿਹੜਾ ਉਹਦਾ ਪੂਰਨ ਤਰੀਕੇ ਦੇ ਨਾਲ ਜਿਹੜਾ ਇੱਕ ਵਿਸਤਾਰਪੂਰਵਕ ਚਰਚਾ ਕਰਕੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇਵਾਂਗੇ ਕਿ ਕੀ ਕਾਰਨ ਜਿਹੜੇ ਹੋ ਰਹੇ ਆ। ਹਾਲਾਂਕਿ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਹੈ ਕਿ ਭਗਵੰਤ ਸਿੰਘ ਮਾਨ ਹੁਣੀ ਜਿਹੜੇ ਆ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹ ਮੰਨੀ ਜਾਊਗੀ ਜਾਂ ਨਹੀਂ ਮੰਨੀ ਜਾਊ, ਦੇਖੋ ਭਗਵੰਤ ਸਿੰਘ ਮਾਨ ਹੋਰਾਂ ਦੇ ਕਹਿਣ ਦੇ ਨਾਲ ਇਹ ਚੀਜ਼ ਜਿਹੜੀ ਆ ਉਹ ਨਹੀਂ ਮੰਨੀ ਜਾਣੀ। ਹਾਂ ਚੋਣ ਕਮਿਸ਼ਨ ਮੰਨ ਸਕਦਾ, ਮੰਨ ਇਸ ਕਰਕੇ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਭਗਵੰਤ ਸਿੰਘ ਮਾਨ ਹੋਰਾਂ ਨੇ ਅਪੀਲ ਕਰਤੀ ਔਰ ਦੂਜੀਆਂ ਪਾਰਟੀਆਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਜਾਵੇ ਔਰ ਦੂਜੀਆਂ ਪਾਰਟੀਆਂ ਇਸ ਤੇ ਸਹਿਮਤੀ ਜਤਾਉਣ ਸਾਰੀਆਂ ਦੀਆਂ ਸਾਰੀਆਂ, ਫਿਰ ਜਿਹੜਾ ਹੈਗਾ ਉਹਦੇ ਤੇ ਕੁਝ ਨਾ ਕੁਝ ਚੋਣ ਕਮਿਸ਼ਨ ਜਿਹੜਾ ਉਹ ਫੈਸਲਾ ਲੈ ਸਕਦਾ। ਪਰ ਜੇ ਆਪਾਂ ਕਹੀਏ ਕਿ ਭਗਵੰਤ ਮਾਨ ਦੇ ਕਹਿਣ ਤੇ ਚੋਣ ਕਮਿਸ਼ਨ ਫੈਸਲਾ ਲੈ ਲੂਗਾ, ਇਹ ਜਿਹੜੀ ਚੀਜ਼ ਉਹ ਮੰਨਣ ਵਾਲੀ ਨਹੀਂ ਹੈ। ਸਾਰੀਆਂ ਪਾਰਟੀਆਂ ਦੀ ਸਹਿਮਤੀ ਤੋਂ ਬਾਅਦ ਹੀ ਇਹ ਚੀਜ਼ ਜਿਹੜੀ ਆ ਮੰਨੀ ਜਾ ਸਕਦੀ ਹੈ। ਰਵਿੰਦਰ ਬਿਲਕੁਲ ਸਰ, ਬਿਲਕੁਲ। ਪਰ ਜੇ ਆਪਾਂ ਚੋਣ ਪ੍ਰਚਾਰ ਦੌਰਾਨ ਦੇਖੇ ਜਿਸ ਤਰ੍ਹਾਂ ਦਾ ਹੁੰਗਾਰਾ ਪਾਰਟੀਆਂ ਦਿਖਾ ਰਹੀਆਂ ਸੀ ਵੀ ਸਾਨੂੰ ਲੋਕਾਂ ਦਾ ਬੜਾ ਹੁੰਗਾਰਾ ਮਿਲ ਰਿਹਾ ਹੈ, ਰੋਡ ਸ਼ੋਅ ਦੇ ਵਿੱਚ ਵੀ ਤੁਹਾਨੂੰ ਦੱਸ ਰਿਹਾ ਜੀ ਇਹਦੇ ਬਾਰੇ ਨਾ ਬਹੁਤ ਸਾਰੇ ਕਾਰਨ ਹੈਗੇ ਆ, ਉਹ ਆਪਾਂ ਫਿਲਹਾਲ VOTING ਦੇ ਦੌਰ ਦੇ ਦੌਰਾਨ ਜਿਹੜਾ ਉਹ ਆਪਾਂ ਚਰਚਾ ਨਹੀਂ ਕਰ ਸਕਦੇ। ਔਰ ਮੈਨੂੰ ਲੱਗਦਾ ਕਿ ਉਹ ਨਾ ਹੀ ਕਰਨੀ ਚਾਹੀਦੀ ਆ ਆਪਾਂ ਨੂੰ। ਜਦੋਂ VOTING ਦਾ ਸਿਸਟਮ ਖਤਮ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਬਹੁਤ ਸਾਰੇ ਜਿਹੜੇ ਐਕਸਕਲੂਸਿਵ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੂੰਗਾ ਕਿ ਇਹ ਵੋਟ % ਘੱਟ ਕਿਉਂ ਰਹੀ ਆ। ਥੋੜੇ ਬਹੁਤੇ ਕਾਰਨ ਜਿਹੜੇ ਮੈਂ ਦੱਸੇ ਨੇ, ਪਰ ਅਸਲੀਅਤ ਹੋਰ ਵੀ ਕੀ ਹੈ, ਇਸ ਤੋਂ ਜ਼ਿਆਦਾ ਵੱਧ ਕੇ ਕਾਰਨ ਕੀ ਨੇ, ਪਾਰਟੀਆਂ ਤੇ ਗੁੱਸਾ ਕਿਸ ਤਰੀਕੇ ਦੇ ਨਾਲ ਫੁੱਟ ਰਿਹਾ ਜਾਂ ਕੀ ਗੱਲਬਾਤ ਹੈ, ਉਹ ਜਿਹੜੇ ਅਸੀਂ ਵੋਟਾਂ ਵਾਲੀ ਟਾਈਮਿੰਗ ਤੋਂ ਬਾਅਦ ਹੀ ਜਿਹੜੀ ਆ ਉਹ ਦੱਸ ਸਕਦੇ ਹਾਂ। ਜਦੋਂ VOTING ਦਾ ਟਾਈਮ ਓਵਰ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਦੱਸਾਂਗੇ ਸ਼ਾਮ ਨੂੰ। ਲਖਵਿੰਦਰ ਜੀ ਮੈਂ ਮਾਫ ਕਰਨਾ, ਮੈਂ ਤੁਹਾਨੂੰ ਟੋਕ ਰਿਹਾ। ਆਪਾਂ ਜਿਹੜਾ ਇਹ ਜਿਹੜਾ ਸਿਸਟਮ ਜਿਹੜਾ ਤੁਸੀਂ ਮੈਨੂੰ ਪੁੱਛ ਰਹੇ ਹੋ ਇਹ ਆਪਾਂ ਮੈਂ ਚਾਹੁੰਦਾ ਕਿ VOTING ਟਾਈਮ ਓਵਰ ਹੋਣ ਤੋਂ ਬਾਅਦ ਆਪਾਂ ਇੱਥੇ ਗੱਲਬਾਤ ਕਰੀਏ। ਬਿਲਕੁਲ ਸਰ, ਬਿਲਕੁਲ ਸਰ। ਦੂਸਰੀ ਆਪਾਂ ਇੱਕ ਗੱਲ ਕਰਾਂਗੇ ਸਿਮਰਨਜੀਤ ਸਿੰਘ ਮਾਨ ਦੀ, ਜਿਵੇਂ ਕਿ ਆਪਾਂ ਆਮ ਦੇਖਦੇ ਹਾਂਗੇ ਕਿ ਚੋਣਾਂ ਦੌਰਾਨ ਜਾਂ ਕੰਪੇਨ ਦੇ ਦੌਰਾਨ ਰੋਪ ਪ੍ਰਤੀਰੋਪ ਚੱਲਦੇ ਰਹਿੰਦੇ ਨੇ, ਇੱਕ ਪਾਰਟੀ ਦੂਜੀ ਨੂੰ ਭੰਡਦੀ ਹੈ, ਦੂਜੀ ਪਾਰਟੀ ਤੀਜੀ ਨੂੰ ਭੰਡਦੀ ਹੈ। ਲੇਕਿਨ ਹੁਣ ਜੇ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰੀਏ, ਉਹਨਾਂ ਦੇ ਵੱਲੋਂ ਚੋਣ ਕਮਿਸ਼ਨਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਸ਼੍ਰੋਮਣੀ ਅਕਾਲੀ ਦਲ
ਬਾਦਲ ਦੇ ਉੱਪਰ ਉਹ ਕਹਿੰਦੇ ਨਜ਼ਰ ਆਏ ਨੇ ਕਿ ਜਾਣਬੁੱਝ ਕੇ ਇੱਕ ਪੋਸਟ ਪਾਈ ਗਈ ਹੈਗੀ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਵੀ ਭਾਈ ਸਿਮਰਨਜੀਤ ਸਿੰਘ ਮਾਨ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਵੀ ਉਹ ਇਲੈਕਸ਼ਨ ਤੋਂ ਹਟ ਰਹੇ ਨੇ ਤੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੋ ਉਮੀਦਵਾਰ ਨੇ। ਸਮਝ ਗਿਆ ਮੈਂ ਜੀ ਸਮਝ ਗਿਆ ਤੁਹਾਡੀ ਗੱਲ ਜੀ ਵੀ ਉਹਨੇ ਪੱਖ ਦੇ ਵਿੱਚ ਵੀ ਪੱਖ 'ਚ VOTING ਕਰਨਾ। ਸੋਸ਼ਲ ਮੀਡੀਆ ਤੇ ਮੈਨੂੰ ਪਤਾ ਲੱਗਿਆ ਕਿ ਇੱਕ ਪੋਸਟ ਜਿਹੜੀ ਆ ਉਹ ਘੁੰਮ ਰਹੀ ਆ, ਇੱਕ ਚਿੱਠੀ ਵਾਇਰਲ ਕੀਤੀ ਗਈ ਆ ਸਿਮਰਨਜੀਤ ਸਿੰਘ ਮਾਨ ਦੇ ਨਾਮ ਤੋਂ, ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਇਹ ਗੱਲ ਕਹਿ ਰਹੇ ਨੇ ਕਿ ਸਾਡੀ ਆਪਸੀ ਜਿਹੜੀ ਗੱਲਬਾਤ ਹੋਣ ਤੋਂ ਬਾਅਦ ਮੈਂ ਇਹ ਫੈਸਲਾ ਚੋਣਾਂ ਦੇ ਵਿੱਚੋਂ ਹਟਣ ਦਾ ਲੈ ਰਿਹਾ ਔਰ ਤੁਸੀਂ ਬੀਬੀ ਜਿਹੜੀ ਕਮਲਜੀਤ ਕੌਰ ਰਾਜੂਆਣਾ ਉਹਨਾਂ ਨੂੰ ਸਪੋਰਟ ਕਰੋ ਤਾਂ ਜੋ ਬੰਦੀ ਸਿੰਘਾਂ ਨੂੰ ਜਿਹੜਾ ਰਿਹਾ ਕਰਾਇਆ ਜਾ ਸਕੇ। ਉਹ ਕਹਿੰਦੇ ਕਿ ਮੈਂ ਮਤਲਬ ਉਹਨਾਂ ਨੇ ਕਿਹਾ ਨਹੀਂ ਹੈ ਔਰ ਕਿਸੇ ਨੇ ਪੋਸਟ ਕਿਸੇ ਸ਼ਰਾਰਤੀ ਅਨਸਰ ਨੇ, ਕਿਉਂਕਿ ਅੱਜ ਕੱਲ੍ਹ IT ਸੈੱਲ ਜਿਹੜੇ ਆ ਉਹ ਬੜੇ ਤੁਹਾਨੂੰ ਪਤਾ ਸਰਗਰਮ ਹੁੰਦੇ ਆ ਲਖਵਿੰਦਰ ਜੀ, ਔਰ ਉਹਨਾਂ ਦੇ ਵੱਲੋਂ IT ਸੈੱਲ ਦੇ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਜਿਹੜੀ ਇੱਕ ਪਾਈ ਗਈ ਹੈ, ਪਤਾ ਨਹੀਂ ਹੁਣ ਕਿਹਦੇ IT ਸੈੱਲ ਵੱਲੋਂ, ਹਾਲੇ ਤੱਕ ਉਹ ਕਨਫਰਮ ਨਹੀਂ ਜਿਹੜਾ ਹੋ ਸਕਿਆ, ਤੇ ਉਹਨਾਂ ਦੇ ਵੱਲੋਂ ਇਹ ਚਿੱਠੀ ਪਾਈ ਗਈ ਸਿਮਰਨਜੀਤ ਮਾਨ ਦੇ ਨਾਮ ਤੋਂ ਕਿ ਮੈਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਬੈਠ ਰਿਹਾ। ਮੋਟੇ-ਮੋਟੇ ਤੌਰ ਤੇ ਮੈਂ ਤੁਹਾਨੂੰ ਦੱਸ ਰਿਹਾ ਤੇ ਮੈਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਬੈਠ ਰਿਹਾ ਤੇ ਤੁਸੀਂ ਜਿਹੜੀ ਮੇਰੇ ਹੱਕ ਵਾਲੀ ਵੀ ਵੋਟ ਹੈ ਉਹ ਬੀਬੀ ਕਮਲਜੀਤ ਕੌਰ ਨੂੰ ਪਾ ਦਿਓ। ਤਾਂ ਹੁਣ ਸਿਮਰਨਜੀਤ ਮਾਨ ਜਿਹੜੇ ਆ ਉਹ ਇਲਜ਼ਾਮਬਾਜ਼ੀ ਕਰ ਰਹੇ ਨੇ ਅਕਾਲੀ ਦਲ ਦੇ ਉੱਪਰ ਇਲਜ਼ਾਮਬਾਜ਼ੀ ਕਰ ਰਹੇ ਨੇ ਔਰ ਉਹ ਉਹਨਾਂ ਦਾ ਦੇਖੋ ਇਲਜ਼ਾਮਬਾਜ਼ੀ ਕਰਨਾ ਜਾਇਜ਼ ਵੀ ਹੈ ਕਿਉਂਕਿ ਜਿਸ ਤਰੀਕੇ ਦੀ ਉਹ ਚਿੱਠੀ ਹੈਗੀ ਆ ਉਹਦਾ ਸਿੱਧਾ ਲਾਭ ਜਿਹੜਾ ਅਕਾਲੀ ਦਲ ਨੂੰ ਪਹੁੰਚਦਾ ਨਜ਼ਰ ਆ ਰਿਹਾ ਹੈ ਔਰ ਅਕਾਲੀ ਦਲ ਦੇ ਉੱਪਰ ਇਸੇ ਕਰਕੇ ਹੀ ਉਹ ਇਲਜ਼ਾਮ ਲਗਾ ਰਹੇ ਨੇ ਕਿਉਂਕਿ ਉਸ ਚਿੱਠੀ ਦੇ ਵਿੱਚ ਜੋ ਗੱਲ ਕਹੀ ਗਈ ਹੈ ਕਿ ਬੀਬੀ ਕਮਲਜੀਤ ਕੌਰ ਰਾਜੂਆਣਾ ਨੂੰ ਵੋਟਾਂ ਪਾ ਦਿਓ, ਤਾਂ ਉਹਦਾ ਸਿੱਧਾ ਫਾਇਦਾ ਅਕਾਲੀ ਦਲ ਨੂੰ ਜਾਂਦਾ ਔਰ ਸਿਮਰਨਜੀਤ ਸਿੰਘ ਮਾਨ ਇਹ ਗੱਲਾਂ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਇਹ ਕੋਝੀ ਚਾਲ ਹੈ ਮੈਨੂੰ ਹਰਾਉਣ ਦੇ ਲਈ। ਮੈਂ ਅਜਿਹੀ ਜਿਹੜੀ ਕੋਈ ਵੀ ਚਿੱਠੀ ਹੈ ਜਿਹੜੀ ਉਹ ਨਹੀਂ ਪਾਈ ਗਈ ਤੇ ਉਹਨਾਂ ਨੇ ਸਟਾਪ ਕਰ ਦਿੱਤਾ। ਪਰ ਹੁਣ ਦੇਖਣ ਵਾਲੀ ਗੱਲ ਤਾਂ ਇਹਦਾ ਸਮਾਂ ਹੀ ਦੱਸੂਗਾ, ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਇਸ ਚਿੱਠੀ ਦੇ ਨਾਲ ਕੋਈ ਨੁਕਸਾਨ ਸਿਮਰਨਜੀਤ ਸਿੰਘ ਮਾਨ ਦੀ VOTING ਨੂੰ ਹੋਇਆ ਜਾਂ ਨਹੀਂ ਹੋਇਆ। ਇਹ ਤਾਂ ਜਿਹੜੀ ਗੱਲ ਬਾਅਦ ਚ ਜਿਹੜੀ ਉਹ ਪਤਾ ਲੱਗੂਗੀ। ਹਾਲਾਂਕਿ ਬਹੁਤ ਸਾਰੇ ਅਜਿਹੀਆਂ ਚਾਲਾਂ ਜਿਹੜੀਆਂ ਚੱਲੀਆਂ ਜਾਂਦੀਆਂ ਨੇ, ਅਜਿਹੀ ਚਾਲ ਦੇ ਵਿੱਚੋਂ ਹੀ ਇੱਕ ਅਜਿਹੀ ਇਹ ਚਾਲ ਹੈ ਔਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਸਮਾਂ ਰਹਿੰਦਿਆਂ ਇਸ ਚਾਲ ਨੂੰ ਪਤਾ ਲੱਗ ਗਿਆ ਔਰ ਸ਼ਿਕਾਇਤ ਵੀ ਕਰ ਦਿੱਤੀ ਹੈ ਔਰ ਉਹਨਾਂ ਨੇ ਅਪੀਲ ਵੀ ਲੋਕਾਂ ਨੂੰ ਕੀਤੀ ਹੈ ਕਿ ਇਹ ਕੋਈ ਚਿੱਠੀ ਨਹੀਂ ਹੈ, ਮੇਰੇ ਵੱਲੋਂ ਕੋਈ ਵੀ ਚਿੱਠੀ ਨਹੀਂ, ਮੈਂ ਲਗਾਤਾਰ ਮੈਦਾਨ ਦੇ ਵਿੱਚ ਡਟਿਆ ਹੋਇਆ ਔਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਸਾਫ਼ ਕਰ ਦਿੱਤੀ ਹੈ ਕਿ ਅਕਾਲੀ ਦਲ ਦੀ ਉਹਦੀ ਚਾਲ ਜਿਹੜੀ ਆ ਉਹ ਹੋ ਸਕਦੀ ਹੈ। ਹਾਲਾਂਕਿ ਅਫੀਸ਼ੀਅਲ ਤੌਰ ਤੇ ਨਹੀਂ ਪਤਾ ਲੱਗਿਆ ਕਿ ਇਹ ਚਾਲ ਕਿਸ ਦੀ ਹੈ ਪਰ ਸਿਮਰਨਜੀਤ ਸਿੰਘ ਮਾਨ ਹੁਣੀ ਜਿਹੜੇ ਆ ਉਹ ਇਲਜ਼ਾਮਬਾਜ਼ੀ ਅਕਾਲੀ ਦਲ ਦੇ ਉੱਪਰ ਹੀ ਜਿਹੜੇ ਕਰਦੇ ਲਖਵਿੰਦਰ ਜੀ ਨਜ਼ਰ ਆ ਰਹੇ ਨੇ। ਜੀ ਬਿਲਕੁਲ ਸਰ, ਵੀ ਜੇਕਰ ਇਹ ਇਲਜ਼ਾਮ ਸਾਬਤ ਹੁੰਦੇ ਨੇ ਤਾਂ ਕਿਸ ਤਰ੍ਹਾਂ ਦਾ ਫੈਸਲਾ ਤੁਸੀਂ ਦੇਖ ਸਕਦੇ ਹੋਗੇ ਵੀ ਆ ਸਕਦਾਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ ਚੋਣ ਕਮਿਸ਼ਨ ਦੇ ਵੱਲੋਂ? ਇਹ ਤਾਂ ਹੁਣ ਪਤਾ ਨਹੀਂ ਲੱਗਣਾ ਕਿ ਕਿਸ ਤਰੀਕੇ ਦਾ ਹੋਇਆ ਕਿ ਨਹੀਂ ਹੋਇਆ। ਦੇਖੋ ਚੋਣ ਕਮਿਸ਼ਨ ਆਪਣੇ ਹਿਸਾਬ ਦੇ ਨਾਲ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਰਦਾ, ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਜਿਹੀਆਂ ਚਰਚਾਵਾਂ ਜਿਹੜੀਆਂ ਹੁੰਦੀਆਂ ਪਰ ਮੈਨੂੰ ਨਹੀਂ ਲੱਗਦਾ ਕਿ ਲੋਕ ਅਜਿਹੇ ਪੱਤਰ, ਮੈਂ ਅੱਜ ਸਵੇਰ ਤੋਂ ਹੀ ਦੇਖ ਰਿਹਾ ਸੀ ਇੱਕ ਪੋਸਟ ਹੋਰ ਸਿਮਰਨਜੀਤ ਸਿੰਘ ਮਾਨ ਦੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਹ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਸਿਮਰਨਜੀਤ ਸਿੰਘ ਮਾਨ ਆਪਣੇ ਆਪ ਨੂੰ ਵੱਡਾ ਸਿੱਖ ਆਗੂ ਕਹਿੰਦਾ ਹੈ ਤੇ ਹੋਰ ਬਹੁਤ ਸਾਰੀਆਂ ਮਾਫੀਆ ਦੀਆਂ ਗੱਲਾਂ ਕਰਦਾ ਹੈ, ਸ਼ਰਾਬ ਦੇ ਖਿਲਾਫ ਬੋਲਦਾ ਹੈ ਔਰ ਸਿਮਰਨਜੀਤ ਸਿੰਘ ਮਾਨ ਆਪ ਖੁਦ ਇੱਕ ਫੈਕਟਰੀ ਚਲਾ ਰਹੇ ਨੇ ਜਿਹਦੇ ਵਿੱਚ ਬੀਅਰ ਅਤੇ ਸ਼ਰਾਬ ਬਣਦੀ ਹੈ ਔਰ ਸਵੇਰ ਦੀਆਂ ਜਿਹੜੀਆਂ ਉਹ ਗੱਲਾਂ ਬਹੁਤ ਚੱਲਦੀਆਂ ਜਿੱਥੇ ਸੋਸ਼ਲ ਮੀਡੀਆ ਬਹੁਤ ਐਕਟਿਵ ਹੈਗਾ, ਲੋਕ ਸੋਸ਼ਲ ਮੀਡੀਆ ਤੇ ਉੱਤੇ ਐਕਟਿਵ ਹੈਗੇ ਆ, ਜਿੱਥੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗਲਤ ਅਫਵਾਹਾਂ ਫੈਲਦੀਆਂ ਲਖਵਿੰਦਰ ਜੀ, ਪਰ ਉੱਥੇ ਹੀ ਲੋਕ ਹੁਣ ਜਿਹੜੇ ਆ ਉਹ ਸੁਚੇਤ ਹੋ ਚੁੱਕੇ ਨੇ। ਬਹੁਤੀਆਂ ਅਫਵਾਹਾਂ ਤੇ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੇ ਜਿਹੜੇ ਲੋਕ ਵਿਸ਼ਵਾਸ ਜਿਹੜੇ ਆ ਉਹ ਨਹੀਂ ਕਰਦੇ। ਮੈਨੂੰ ਲੱਗਦਾ ਨਹੀਂ ਕਿ ਬਹੁਤਾ ਇਹਦਾ ਨੁਕਸਾਨ ਜਿਹੜਾ ਉਹ ਹੋਊਗਾ, ਇਸ ਕਰਕੇ ਮੈਨੂੰ ਲੱਗਦਾ ਨਹੀਂ ਕੋਈ ਕਿ ਕਿਸੇ ਤਰੀਕੇ ਦੀ ਕੋਈ ਕਾਰਵਾਈ ਜਿਹੜੀ ਹੋਊਗੀ। ਜੀ ਬਿਲਕੁਲ। ਸੋ ਜਿਮਨੀ ਚੋਣ ਤੋਂ ਹਟ ਕੇ ਥੋੜੀ ਜਿਹੀ ਖਬਰ ਲਈਏ, ਗੱਲ ਕਰਾਂਗੇ ਭ੍ਰਿਸ਼ਟਾਚਾਰ ਦੀ, ਜਿਸ ਦੇ ਤਹਿਤ ਜੰਗਲਾਤ ਵਿਭਾਗ 'ਚ ਜੋ ਭ੍ਰਿਸ਼ਟਾਚਾਰ ਹੋਇਆ ਸੀ, ਧਰਮਸੋਤ ਜੀ ਅਜੇ ਤੱਕ ਅੰਦਰ ਨੇਗੇ ਤੇ ਲੇਕਿਨ ਉਸ ਮਾਮਲੇ ਦੇ ਵਿੱਚ ਹੁਣ ਮੀਡੀਆ ਤੱਕ ਸੇਕ ਪੁੱਜਦਾ ਨਜ਼ਰ ਆ ਰਿਹਾ। 15 ਦੇ ਕਰੀਬ ਮੀਡੀਆ ਕਰਮਚਾਰੀ ਜਾਂ ਫਿਰ ਆਪਾਂ ਕਹੀਏ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੇ ਉੱਪਰ ਵੀ ਗਾਜ਼ ਡਿੱਗਦੀ ਨਜ਼ਰ ਆ ਰਹੀ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ। ਪੂਰਾ ਮਾਮਲਾ ਕੀ ਹੈ ਜੀ? ਦੇਖੋ ਮਾਮਲਾ ਇਹ ਆ ਜੀ ਜਿਹਦੇ ਵਿੱਚ ਧਰਮਸੋਤ ਜਿਹੜੇ ਫਸੇ ਨੇ, ਸਭ ਤੋਂ ਪਹਿਲਾਂ ਇੱਕ DF ਉਹਨੂੰ ਫੜਿਆ ਸੀਗਾ ਵਿਜੀਲੈਂਸ ਦੀ ਟੀਮ ਨੇ ਇੱਕ ਸਟਿੰਗ ਦੇ ਰਾਹੀਂ, ਜਿਹਦੇ ਵਿੱਚ ਉਹਨੂੰ 2 ਲੱਖ ਰੁਪਇਆ ਲੈਂਦਿਆਂ ਜਿਹੜਾ ਫੜਿਆ ਗਿਆ ਸੀ। ਉਸ ਤੋਂ ਬਾਅਦ ਉਹਨੇ ਜਿਹੜਾ ਬਹੁਤ ਸਾਰੀਆਂ ਗੱਲਾਂ ਦੇ ਖੁਲਾਸੇ ਕੀਤੇ ਕਿ ਇਸ ਤਰੀਕੇ ਦੇ ਨਾਲ ਜੰਗਲਾਤ ਵਿਭਾਗ ਦਾ ਜਿਹੜਾ DF ਸੀਗਾ ਔਰ ਉਹਨੇ ਬਹੁਤ ਸਾਰੇ ਜਿਹੜੇ ਉਸ ਤੋਂ ਬਾਅਦ ਖੁਲਾਸੇ ਕੀਤੇ ਕਿ ਪਿਛਲੀ ਸਰਕਾਰ ਦੇ ਵਿੱਚ ਸਾਧੂ ਸਿੰਘ ਧਰਮਸੋਤ ਇਸ ਤਰੀਕੇ ਦੇ ਨਾਲ ਖੁਲਾਸੇ ਜਿਹੜੇ ਕਰਦੇ ਰਹੇ ਆ, ਮੈਂ ਉਹਨਾਂ ਦੇ ਨਾਲ ਕੰਮ ਕੀਤਾ ਤਾਂ
ਉਸ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ ਦਾ ਵੀ ਉਹਨਾਂ ਨਾਮ ਲਿਆ। ਸਾਧ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਜਿਹੜੀ 8 ਜੂਨ ਨੂੰ ਹੋ ਜਾਂਦੀ ਹੈ। ਪਹਿਲਾਂ 2 ਜੂਨ ਨੂੰ ਡੀਐਫਓ ਨੂੰ ਗ੍ਰਿਫਤਾਰ ਕੀਤਾ ਜਾਂਦਾ, ਉਦੋਂ ਪੁੱਛਗਿੱਛ ਦੇ ਵਿੱਚ ਜਿਹੜੀ ਆ ਨਾਮ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਦਾ ਆਉਂਦਾ। 8 ਜੂਨ ਨੂੰ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਸੰਗਤ ਸਿੰਘ ਗਿਲਜੀਆਂ ਜਿਹੜੇ ਹਲੇ ਤੱਕ ਉਹ ਫਰਾਰ ਦੱਸੇ ਜਾ ਰਹੇ ਆ। ਔਰ ਉਸੇ ਹੀ ਡੀਐਫਓ ਦੀ ਜਿਹੜੀ ਪੁੱਛਗਿੱਛ ਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿੱਥੇ ਇਹਦੇ ਵਿੱਚ ਲੀਡਰ ਅਤੇ ਅਫਸਰਾਂ ਦੀ ਇਨਵੋਲਵਮੈਂਟ ਹੈਗੀ ਆ, ਉੱਥੇ ਹੀ ਕੁਝ 15 ਦੇ ਕਰੀਬ ਵੱਡੇ ਚੈਨਲਾਂ ਤੇ ਵੱਡੇ ਅਖਬਾਰਾਂ ਦੇ ਪੱਤਰਕਾਰ ਜਿਹੜੇ ਉਹ ਹੈਗੇ ਆ ਇਸ ਪੂਰੇ ਮਾਮਲੇ ਦੇ ਵਿੱਚ, ਸਕੈਂਡਲ ਦੇ ਵਿੱਚ ਜੁੜੇ ਹੋਏ, ਜਿਨ੍ਹਾਂ ਨੇ ਇਹ ਪ੍ਰਾਪਰਟੀਆਂ ਉੱਥੇ ਗਲਤ ਢੰਗ ਦੇ ਨਾਲ ਖਰੀਦੀਆਂ ਹੋਈਆਂ ਸੀ। ਔਰ ਜੇ ਮੈਂ ਗਲਤ ਢੰਗ ਦੇ ਨਾਲ ਕਹਾਂ ਤਾਂ ਜਿਹੜੇ ਉਸ ਦਰਖਤ ਉਹ ਵੀ ਜਿਹੜੇ ਕੱਟੇ, ਪਹਿਲਾਂ ਤਾਂ ਪ੍ਰਾਪਰਟੀਆਂ ਖਰੀਦੀਆਂ, ਫਿਰ ਉਸ ਪ੍ਰਾਪਰਟੀ ਦੇ ਉੱਪਰ ਜਿਹੜੇ ਦਰਖਤ ਸੀਗੇ ਉਹ ਗਲਤ ਢੰਗ ਦੇ ਨਾਲ ਕੱਟ ਕੇ ਜਿਹੜੇ ਲੱਖਾਂ ਰੁਪਏ ਜਿਹੜੇ ਉੱਥੋਂ ਵਸੂਲ ਕੀਤੇ, ਉਹਨਾਂ ਜਿਹੜੇ ਪੱਤਰਕਾਰਾਂ ਦੇ ਨਾਮ ਹੁਣ ਜਿਹੜੇ ਉਜਾਗਰ ਹੋਏ ਨੇ। ਔਰ ਉਹਨਾਂ ਮੁਲਜ਼ਮਾਂ ਦੀ ਜਿਹੜੀ ਲਿਸਟ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਜਿਹੜੀ ਉਹ ਭੇਜ ਦਿੱਤੀ ਗਈ ਹੈ। ਔਰ ਉਹ ਲਿਸਟ ਦੇ ਉੱਪਰ ਚਰਚਾ ਕਰਨ ਤੋਂ ਬਾਅਦ ਸੀਐਮ ਦਫ਼ਤਰ ਦੇ ਵੱਲੋਂ ਇਸ ਲਿਸਟ ਦੀ ਜਿਹੜੀ ਆ ਜਾਂਚ ਕਰਨ ਦੇ ਜਿਹੜੇ ਆਦੇਸ਼ ਦੇ ਦਿੱਤੇ ਨੇ। ਲਖਵਿੰਦਰ ਜੀ, ਬਹੁਤੇ ਜਿਹੜੇ ਪੱਤਰਕਾਰ ਹੁੰਦੇ ਆ ਉਹ ਇਹਨਾਂ ਦੇ ਲੀਡਰਾਂ ਦੇ ਜਾਂ ਅਫਸਰਾਂ ਦੇ ਟੱਚ ਦੇ ਵਿੱਚ ਆ ਜਾਂਦੇ ਨੇ, ਚੰਗੀਆਂ ਮਾੜੀਆਂ ਖਬਰਾਂ ਲਾ ਕੇ ਇਹਨਾਂ ਦੇ ਟੱਚ ਦੇ ਵਿੱਚ ਆ ਜਾਂਦੇ ਨੇ। ਕੋਈ ਕਿਸੇ ਦਾ ਫੇਵਰਟ ਬਣ ਜਾਂਦਾ ਤੇ ਕੋਈ ਕਦੇ ਕਿਸੇ ਦਾ ਫੇਵਰਟ ਬਣ ਜਾਂਦਾ। ਔਰ ਫੇਵਰਟ ਬਣਨ ਤੋਂ ਬਾਅਦ ਫਿਰ ਅਜਿਹੇ ਜਿਹੜੇ ਪੱਤਰਕਾਰ ਫਾਇਦਾ ਵੀ ਬਥੇਰਾ ਚੱਕਦੇ ਨੇ। ਔਰ ਮੈਂ ਸਾਰੇ ਪੱਤਰਕਾਰਾਂ ਦੀ ਨਹੀਂ ਗੱਲ ਕਰਦਾ, ਕਿਉਂਕਿ ਦੇਖੋ ਪੱਤਰਕਾਰ ਜਿਹੜਾ ਸਾਡਾ ਪੇਸ਼ਾ ਹੈਗਾ ਉਹ ਜਿਹੜਾ ਲੋਕਤੰਤਰ ਦਾ ਚੌਥਾ स्तंभ ਜਿਹੜਾ ਉਹ ਮੰਨਿਆ ਜਾਂਦਾ। ਔਰ ਜਦੋਂ ਕੋਈ ਲੀਡਰ ਨਹੀਂ ਸੁਣਦਾ, ਜਦੋਂ ਕੋਈ ਅਫਸਰ ਨਹੀਂ ਸੁਣਦਾ, ਜਦੋਂ ਕੋਈ ਪ੍ਰਸ਼ਾਸਨ ਨਹੀਂ ਸੁਣਦਾ, ਤਾਂ ਪਹਿਲਾ ਨਾਮ ਜਿਹੜਾ ਚੇਤੇ ਆਉਂਦਾ ਕਿ ਕਿਹਦੇ ਤੋਂ ਮਦਦ ਜਿਹੜੀ ਆ ਉਹ ਲਈ ਜਾਵੇ, ਤਾਂ ਪਹਿਲਾ ਨਾਮ ਮੀਡੀਆ ਦਾ ਚੇਤੇ ਆਉਂਦਾ। ਔਰ ਇਹ ਮੀਡੀਆ ਜਿਹੜਾ ਦੇਖੋ ਸਾਡੇ ਅਫਸਰਾਂ ਕੋਲੇ ਵੀ ਜਾਣੇ ਆਉਣੇ ਬਣੇ ਰਹਿੰਦੇ ਆ, ਸਾਡੇ ਲੀਡਰਾਂ ਕੋਲੇ ਵੀ ਜਾਣੇ ਆਉਣੇ ਬਣੇ ਰਹਿੰਦੇ ਆ। ਔਰ ਜਦੋਂ ਇਹ ਆਉਣੀ ਜਾਣੀ ਜ਼ਿਆਦਾ ਵੱਧ ਜਾਂਦੀ ਆ ਔਰ ਫਿਰ ਦੋਸਤੀ ਦੇ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦੀ ਆ। ਦੋਸਤੀ ਦੇ ਵਿੱਚ ਤਬਦੀਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਆ, ਹਾਲਾਂਕਿ ਮੈਂ ਫਿਰ ਕਹਿ ਰਿਹਾ ਕਿ ਸਾਰੇ ਪੱਤਰਕਾਰ ਨਹੀਂ, ਪੱਤਰਕਾਰਾਂ ਦੇ ਕਰਕੇ ਜਾਂ ਸਾਰੇ ਮੈਂ ਕਹਾਂ ਸਾਰੇ ਲੀਡਰ ਮਾੜੇ ਨਹੀਂ, ਸਾਰੇ ਅਫਸਰ ਮਾੜੇ ਨਹੀਂ, ਪਰ ਹਰ ਪਾਸੇ ਅਜਿਹੇ ਕਾਲੀਆਂ ਭੇਡਾਂ ਜਿਹੜੀਆਂ ਹੁੰਦੀਆਂ ਹੀ ਹੁੰਦੀਆਂ ਨੇ। ਔਰ ਉਹਨਾਂ ਲੋਕਾਂ ਨੇ ਜਿਹੜੇ ਫਾਇਦੇ ਜ਼ਰੂਰ ਲੈਂਦੇ ਆ, ਜਿਹੜੇ ਦੋਸਤੀ ਚਾਹੇ ਅਫਸਰਾਂ ਨਾਲ ਪਾ ਕੇ ਚਾਹੇ ਲੀਡਰਾਂ ਨਾਲ ਪਾ ਕੇ। ਅਜਿਹਾ ਹੀ ਇਹ ਮਾਮਲਾ ਲਖਵਿੰਦਰ ਜੀ, ਬਹੁਤੇ ਪੱਤਰਕਾਰ ਜਿਹੜੇ ਵੱਡੇ ਚੈਨਲ ਤੇ ਵੱਡੇ ਅਖਬਾਰਾਂ ਦੇ ਜਿਹੜੇ ਉਹ ਹੈਗੇ ਆ, ਔਰ ਉਹਨਾਂ ਨੇ ਆਪਣੀ ਜਿਹੜੀ ਆ ਉਹ ਦੋਸਤੀ ਦੇ ਚੱਲਦੇ ਆ, ਆਪਣੀ ਲਿਹਾਜ਼ ਦੇ ਚੱਲਦੇ ਆ, ਆਪਣੀ ਜਾਣ ਪਹਿਚਾਣ ਦੇ ਚੱਲਦੇ ਆ, ਸਰਕਾਰਾਂ ਦੇ ਵਿੱਚ ਮੰਤਰੀਆਂ ਤੋਂ ਜਿਹੜੇ ਆ ਅਫਸਰਾਂ ਤੋਂ ਜਿਹੜੇ ਆ ਉਹ ਫਾਇਦਾ ਲੈਣੇ ਚਾਹੇ ਨੇ। ਔਰ ਇਹੀ ਕਾਰਨ ਹੈ ਕਿ ਲੋਕਤੰਤਰ ਦਾ ਘਾਣ ਹੋ ਰਿਹਾ, ਮੀਡੀਆ ਦਾ ਵੀ ਘਾਣ ਹੋ ਰਿਹਾ। ਸਹੀ ਖਬਰਾਂ ਜਿਹੜੀਆਂ ਉਹ ਨਹੀਂ ਦਿਖਾਈਆਂ ਜਾਂਦੀਆਂ। ਜਦੋਂ ਤੁਸੀਂ ਅਜਿਹੇ ਸਰਕਾਰਾਂ ਤੋਂ ਫਾਇਦੇ ਲੈਣੇ ਆ, ਫਿਰ ਤੁਸੀਂ ਸਹੀ ਢੰਗ ਦੇ ਨਾਲ ਜਿਹੜੀ ਆਪਣੀ ਆਵਾਜ਼ ਜਿਹੜੀ ਆ ਉਹ ਨਹੀਂ ਚੱਕ ਸਕਦੇ। ਪੱਤਰਕਾਰ ਦਾ ਕਿਸੇ ਲੀਡਰ ਤੋਂ, ਕਿਸੇ ਪਾਰਟੀ ਤੋਂ ਫੰਡ ਲੈਣਾ, ਇਸ਼ਤਿਹਾਰ ਲੈਣਾ ਜਾਂ ਫਿਰ ਐਡ ਲੈਣਾ, ਇਹ ਦਰਸਾਉਂਦਾ ਹੈ ਕਿ ਤੁਸੀਂ ਆਪਣੀ ਜ਼ੁਬਾਨ, ਆਪਣਾ ਗੜ ਜਿਹੜਾ ਉਹ ਕਿਸੇ ਦੂਜੇ ਨੂੰ ਫੜਾ ਦਿੱਤਾ ਹੈ। ਭਾਵ ਕਿ ਜੇ ਮੈਂ ਕਿਸੇ ਲੀਡਰ ਦੇ ਨਾਲ ਕਿਸੇ ਤੋਂ ਮੈਂ ਕੁਝ ਲੈ ਲਿਆ ਤਾਂ ਮੈਨੂੰ ਉਹਦੇ ਹੱਕ 'ਚ ਬੋਲਣਾ ਪਊਗਾ। ਤਾਂ ਉਹੀ ਗੱਲ ਹੈ ਕਿ ਜੇ ਤੁਸੀਂ ਕੁਝ ਲੈਂਦੇ ਹੋ ਤਾਂ ਆਪਣਾ ਜਿਹੜਾ ਗਲਾ, ਆਪਣੀ ਜ਼ੁਬਾਨ ਜਿਹੜੀ ਆ ਉਹ ਕਿਸੇ ਦੇ ਹੱਥ ਦੇ ਵਿੱਚ ਜਿਹੜਾ ਉਹ ਫੜਾ ਦਿੰਦੇ ਹੋ। ਔਰ ਅਜਿਹਾ ਹੀ ਮਾਮਲਾ ਇਹ ਹੈ ਤੇ ਹੁਣ ਆਉਣ ਵਾਲੇ ਦਿਨ ਦੇ ਵਿੱਚ ਉਹਨਾਂ ਪੱਤਰਕਾਰਾਂ ਦੇ ਉੱਪਰ ਜਿਹੜੀ ਕਾਰਵਾਈ ਹੋਊਗੀ, ਉਹਨਾਂ ਦੇ ਪੱਤਰਕਾਰਾਂ ਦੀ ਜਿਹੜੀ ਗ੍ਰਿਫਤਾਰੀ ਵੀ ਜਿਹੜੀ ਆ ਉਹ ਹੋ ਸਕਦੀ ਹੈ ਜੀ। ਹਾਂ, ਬਿਲਕੁਲ ਜੀ, ਬਿਲਕੁਲ ਕਹਿ ਸਕਦੇ ਹਾਂ ਕਿ ਹੁਣ ਲੀਡਰਾਂ ਤੋਂ ਬਾਅਦ, ਅਧਿਕਾਰੀਆਂ ਤੋਂ ਬਾਅਦ ਪੱਤਰਕਾਰਾਂ ਦੀ ਵਾਰੀ ਵੀ ਆਈ ਹੈ, ਕਿਉਂਕਿ ਤਕਰੀਬਨ 15 ਤੋਂ ਵੱਧ ਵੱਡੇ ਪੱਤਰਕਾਰ ਜੋ ਕਿ ਅਖਬਾਰਾਂ ਤੇ ਟੈਲੀਵਿਜ਼ਨ ਨਾਲ ਸੰਬੰਧਿਤ ਸੀ, ਉਹਨਾਂ ਦੇ ਨਾਮਾਂ ਦੀ ਸੂਚੀ ਮੁੱਖ ਮੰਤਰੀ ਨੂੰ ਪਹੁੰਚ ਚੁੱਕੇ ਤੇ ਮੁੱਖ ਮੰਤਰੀ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਕਰਪਸ਼ਨ ਦੇ ਮਾਮਲੇ ਵਿੱਚ ਕਿਸੇ ਨਾਲ ਵੀ ਕੋਈ ਰਿਆਇਤ ਨਹੀਂ ਕੀਤੀ ਜਾਏਗੀ। ਭਾਵ ਕਿ ਗਾਜ਼ ਇਸ ਮਾਮਲੇ 'ਚ ਹੁਣ ਪੱਤਰਕਾਰਾਂ ਦੇ ਉੱਪਰ ਡਿੱਗਦੀ ਹੋਈ ਨਜ਼ਰ ਆਏਗੀ। ਸੋ ਸਿੱਧੂ ਸਾਹਿਬ, ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਸੋ ਇਹ ਸਨ ਮੇਰੇ ਸੀਨੀਅਰ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਾਹਿਬ, ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਦੇ ਇਜਾਜ਼ਤ। ਧੰਨਵਾਦ।